ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 18 ਮਈ ਹੈ ਤੇ ਆਪਾਂ ਰੈਡੀ ਹਾਂ ਆਪਣੇ ਕੈਂਟਫੇਸ ਸੈਸ਼ਨ ਦੇ ਨਾਲ। ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਉਹਨਾਂ ਨਿਊਜ਼ ਨੂੰ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ। ਉਹਨਾਂ ਦੀ ਇੱਕ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਸਟੇਟ ਦੇ ਵੱਲ ਤੇ ਫਿਰ ਡਿਸਕਸ ਕਰਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ। ਇਸ ਤੋਂ ਇਲਾਵਾ ਅਗਰ ਤੁਸੀਂ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਬਾਏ ਕਰਨਾ ਚਾਹੁੰਦੇ ਹੋ ਜਾਂ PSCB ਕਲਰਕ ਐਗਜ਼ਾਮ ਦੇ ਲਈ ਕ੍ਰੈਸ਼ ਕੋਰਸ ਬਾਏ ਕਰਨਾ ਚਾਹੁੰਦੇ ਹੋ ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ। ਚੈਨਲ ਦੇ ਲਿੰਕ ਨੂੰ ਕਾਪੀ ਕਰੋ, ਸ਼ੇਅਰ ਸ਼ੁਰੂ ਕਰ ਦਿਓ। ਸਭ ਤੋਂ ਪਹਿਲੇ ਫੇਸਬੁੱਕ, WhatsApp, ਟੈਲੀਗ੍ਰਾਮ ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਨਾਲ ਜੁੜੇ ਹੋਏ ਹੋ ਸੈਸ਼ਨ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿਓ। ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਸਭ ਤੋਂ ਪਹਿਲੇ ਹੈ 15th ਮਈ। 15th ਮਈ is observed as endangered species day। 15th ਮਈ ਨੂੰ endangered species day observe ਕੀਤਾ ਗਿਆ, ਜਿਸ ਦੀ ਥੀਮ ਰਹੀ ਸੀ sustaining all life on earth। sustaining all life on earth 15th ਮਈ ਨੂੰ endangered species day observe ਕੀਤਾ ਗਿਆ। endangered species day observe ਕੀਤਾ ਗਿਆ 15th ਮਈ ਨੂੰ, ਜਿਸ ਦੀ ਥੀਮ ਰਹੀ sustaining all life on earth। 15th ਮਈ ਨੂੰ ਇੱਕ ਦਿਨ ਹੋਰ observe ਕੀਤਾ ਗਿਆ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼। ਇੰਟਰਨੈਸ਼ਨਲ ਡੇ ਆਫ ਫੈਮਿਲੀਜ਼, ਇਸ ਦੀ ਥੀਮ ਰਹੀ ਸੀ ਫੈਮਿਲੀ ਇਨ ਡਿਵੈਲਪਮੈਂਟ। ਫੈਮਿਲੀ ਇਨ ਡਿਵੈਲਪਮੈਂਟ। ਨੈਕਸਟ ਹੈ ਦ ਸੈਂਟਰ ਫॉर ਡਿਸੀਜ਼ ਕੰਟਰੋਲ। ਦ ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਨੇ USA ਦੇ CDC ਨੇ ਪ੍ਰੋਮਿਸ ਕੀਤਾ ਕਿ ਉਹ 3.6 ਮਿਲੀਅਨ ਯਾਨੀ ਕਿ ਇੰਡੀਆ ਨੂੰ 3.6 ਮਿਲੀਅਨ ਪ੍ਰੋਵਾਈਡ ਕਰੇਗਾ USA ਦਾ CDC। CDC ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ। ਨੈਕਸਟ ਹੈ S ਜੈਸ਼ੰਕਰ। ਸੁਬਰਮਨਿਅਮ ਜੈਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਨੇ। ਐਕਸਟਰਨਲ ਅਫੇਅਰਸ ਮਿਨਿਸਟਰ ਨੇ ਇੰਡੀਆ ਦੇ। ਇਜ਼ ਪਾਰਟੀਸਪੇਟਡ ਇਨ ਵਰਚੁਅਲ ਕਾਨਫਰੰਸ। ਵਰਚੁਅਲ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕੀਤਾ ਫੋਰਨ ਮਿਨਿਸਟਰਸ ਦੀ ਵਰਚੁਅਲ ਕਾਨਫਰੰਸ ਦੇ ਵਿੱਚ, ਜਿਹੜੀ ਕਿ SCO ਦੀ ਮੈਂਬਰ ਸਟੇਟਸ ਦੀ ਹੈਲਡ ਕੀਤੀ ਗਈ ਸੀ। ਕਿੱਥੇ ਹੈਲਡ ਕੀਤੀ ਗਈ ਸੀ? ਰਸ਼ੀਆ ਦੇ ਵਿੱਚ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪਾਰਟੀਸਪੇਟ ਕੀਤਾ ਗਿਆ। ਬੇਸਿਕਲੀ ਹੋਸਟ ਕਿਸ ਦੁਆਰਾ ਕੀਤਾ ਗਿਆ? ਰਸ਼ੀਆ ਦੁਆਰਾ। ਨੈਕਸਟ ਹੈ MP ਗੌਰਮੈਂਟ ਰੀਲਾਂਚ ਦ ਐਂਬੀਸ਼ੀਅਸ ਸਵਲੰਭਨ ਯੋਜਨਾ। ਐਂਬੀਸ਼ੀਅਸ ਸਵਲੰਭਨ ਯੋਜਨਾ। ਸਵਲੰਭਨ ਯੋਜਨਾ ਨੂੰ ਕਿਹੜੀ ਸਟੇਟ ਗੌਰਮੈਂਟ ਦੁਆਰਾ, ਕਿਹੜੀ ਸਟੇਟ ਗੌਰਮੈਂਟ ਦੁਆਰਾ ਰੀਲਾਂਚ ਕੀਤਾ ਗਿਆ? ਇਸ ਨੂੰ ਕੀਤਾ ਗਿਆ ਮੱਧ ਪ੍ਰਦੇਸ਼ ਦੁਆਰਾ। ਮੱਧ ਪ੍ਰਦੇਸ਼ ਗੌਰਮੈਂਟ ਦੁਆਰਾ ਸਵਲੰਭਨ ਯੋਜਨਾ ਬੇਸਿਕਲੀ SC ST ਦੀ ਗੱਲ ਕਰੀਏ ਜਾਂ ਪੂਅਰ ਪੀਪਲ ਦੀ ਗੱਲ ਕਰੀਏ, ਉਹਨਾਂ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ, ਉਹਨਾਂ ਦੀ ਸੋਸ਼ਲ ਸਿਕਿਉਰਿਟੀ ਦੇ ਲਈ। ਨੈਕਸਟ ਹੈ ਮਹਾਰਾਸ਼ਟਰ। ਮਹਾਰਾਸ਼ਟਰ ਵੁੱਡ ਹੋਸਟ ਦ 2021 ਮੈਨਸ ਨੈਸ਼ਨਲ ਹਾਕੀ ਚੈਂਪੀਅਨਸ਼ਿਪ। ਮਹਾਰਾਸ਼ਟਰ ਹੋਸਟ ਕਰੇਗਾ 2021 ਦੀ ਮੈਨ ਨੈਸ਼ਨਲ ਹਾਕੀ ਚੈਂਪੀਅਨਸ਼ਿਪ। ਮੈਨ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਨੂੰ ਕਿਹੜੀ ਸਟੇਟ ਹੋਸਟ ਕਰੇਗੀ? ਮਹਾਰਾਸ਼ਟਰ। ਔਰ ਵੂਮੈਨਸ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਨੂੰ ਕਿਹੜੀ ਸਟੇਟ ਹੋਸਟ ਕਰੇਗੀ? ਉੱਤਰ ਪ੍ਰਦੇਸ਼। ਮੈਨਸ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਨੂੰ ਮਹਾਰਾਸ਼ਟਰ, ਵੂਮੈਨਸ ਵਾਲੀ ਨੂੰ ਉੱਤਰ ਪ੍ਰਦੇਸ਼। ਦੋਨੋਂ ਇਵੈਂਟਸ 2021 ਦੇ ਵਿੱਚ ਹੈਲਡ ਕੀਤੇ ਜਾਣਗੇ। ਨੈਕਸਟ ਹੈ ਹਰਿਆਣਾ ਔਰ ਜੰਮੂ ਐਂਡ ਕਸ਼ਮੀਰ। ਹਰਿਆਣਾ ਔਰ ਜੰਮੂ ਐਂਡ ਕਸ਼ਮੀਰ ਨੇ ਅਨਾਊਂਸ ਕੀਤਾ ਕਿ ਟੈਪ ਵਾਟਰ ਦੇ ਲਈ ਟੈਪ ਵਾਟਰ ਪ੍ਰੋਵਾਈਡ ਕਰੇਗੀ ਐਵਰੀ ਹਾਊਸ ਹੋਲਡ ਨੂੰ। ਹਰਿਆਣਾ ਔਰ ਜੰਮੂ ਐਂਡ ਕਸ਼ਮੀਰ ਟੈਪ ਵਾਟਰ ਪ੍ਰੋਵਾਈਡ ਕਰੇਗੀ ਐਵਰੀ ਹਾਊਸ ਹੋਲਡ ਨੂੰ ਜਲ ਜੀਵਨ ਮਿਸ਼ਨ ਦੇ ਅੰਡਰ। ਜਲ ਜੀਵਨ ਮਿਸ਼ਨ ਦੇ ਅੰਡਰ ਟਿਲ 2022 2022 ਤੱਕ ਜਲ ਜੀਵਨ ਮਿਸ਼ਨ ਦੇ ਅੰਡਰ ਹਰਿਆਣਾ ਔਰ ਜੰਮੂ ਐਂਡ ਕਸ਼ਮੀਰ ਗੌਰਮੈਂਟ ਟੈਪ ਵਾਟਰ ਪ੍ਰੋਵਾਈਡ ਕਰੇਗੀ ਐਵਰੀ ਹਾਊਸ ਹੋਲਡ। ਨੈਕਸਟ ਹੈ ਡਾਕਟਰ ਹਰਸ਼ ਵਰਧਨ। ਡਾਕਟਰ ਹਰਸ਼ ਵਰਧਨ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ। ਇਹਨਾਂ ਨੇ ਲਾਂਚ ਕੀਤੀ ਕੋਬਾਸ 6800 ਟੈਸਟਿੰਗ ਮਸ਼ੀਨ। ਕੋਬਾਡ 6800 ਟੈਸਟਿੰਗ ਮਸ਼ੀਨ, ਜਿਹੜੀ ਕਿ ਅਪਰੋਕਸੀਮੇਟਲੀ 1200 ਟੈਸਟ ਕਰ ਸਕਦੀ ਹੈ ਇੱਕ ਦਿਨ ਦੇ ਵਿੱਚ। ਕਾਫੀ ਜ਼ਿਆਦਾ ਟੈਸਟਿੰਗ ਕਰ ਸਕਦੀ ਹੈ। ਔਰ ਇਹੋ ਜਿਹੀ ਅਗਰ ਕਾਫੀ ਜ਼ਿਆਦਾ ਮਸ਼ੀਨਸ ਯੂਜ਼ ਕੀਤੇ ਜਾਣ ਤਾਂ ਪ੍ਰੋਪਰ ਇੱਕ ਟੈਸਟਿੰਗ ਕੀਤੀ ਜਾ ਸਕਦੀ ਹੈ ਪੂਰੇ ਇੱਕ ਸਟੇਟ, ਪੂਰੇ ਇੰਡੀਆ ਦੀ। ਵਿਚ ਇਜ਼ ਪਲੇਸਡ ਐਟ ਨੈਸ਼ਨਲ ਸੈਂਟਰ ਫॉर ਡਿਸੀਜ਼ ਕੰਟਰੋਲ ਦਿੱਲੀ, ਜਿਸ ਨੂੰ ਇਸ ਟਾਈਮ ਰੱਖਿਆ ਗਿਆ ਨੈਸ਼ਨਲ ਸੈਂਟਰ ਫॉर ਡਿਸੀਜ਼ ਕੰਟਰੋਲ ਦਿੱਲੀ ਦੇ ਵਿੱਚ। ਠੀਕ ਹੈ ਜੀ, ਇਹੋ ਜਿਹੀ ਹੋਰ ਮਸ਼ੀਨਸ ਵੀ ਡਿਵੈਲਪ ਕੀਤੀਆਂ ਜਾਣਗੀਆਂ। ਨੈਕਸਟ ਹੈ ਲੈਫਟੀਨੈਂਟ ਅਕਸ਼ੇ ਕੁਮਾਰ। ਲੈਫਟੀਨੈਂਟ ਅਕਸ਼ੇ ਕੁਮਾਰ ਨੂੰ ਇੱਕ ਪ੍ਰਾਈਜ਼ ਦਿੱਤਾ ਗਿਆ, ਅਵਾਰਡ ਦਿੱਤਾ ਗਿਆ ਵਾਈਸ ਐਡਮਿਰਲ GM ਹਿਰਨਦਾਨੀ ਮੈਮੋਰੀਅਲ ਰੋਲਿੰਗ ਟਰੋਫੀ। ਵਾਈਸ ਐਡਮਿਰਲ GM ਹਿਰਨਦਾਨੀ ਨਾਮ ਯਾਦ ਰੱਖਣਾ ਹੈ, ਵਾਈਸ ਐਡਮਿਰਲ GM ਹਿਰਨਦਾਨੀ ਮੈਮੋਰੀਅਲ ਰੋਲਿੰਗ ਟਰੋਫੀ 2020 ਕਿਸ ਨੂੰ ਦਿੱਤੀ ਗਈ? ਲੈਫਟੀਨੈਂਟ
ਅਕਸ਼ੇ ਕੁਮਾਰ ਨੂੰ 2013 ਦੇ ਵਿੱਚ ਇਸ ਅਵਾਰਡ ਨੂੰ ਸ਼ੁਰੂ ਕੀਤਾ ਗਿਆ ਸੀ। ਨੈਕਸਟ ਹੈ ਥੰਜਾਵੁਰ ਨੈਤੀ ਵਰਕਸ, ਥੰਜਾਵੁਰ ਨੈਤੀ ਵਰਕਸ, ਆਰਮਾਵੁਰ ਵੁੱਡ ਕਾਰਵਿੰਗਸ, ਥੰਜਾਵੁਰ ਨੈਤੀ ਵਰਕਸ ਐਂਡ ਆਰਮਾਵੁਰ ਵੁੱਡ ਕਾਰਵਿੰਗਸ ਦੋਨੋਂ ਕਿੱਥੇ ਦੇ? ਤਮਿਲਨਾਡੂ ਦੇ। ਇਹਨਾਂ ਦੋਨਾਂ ਨੂੰ GI ਟੈਗ ਦਿੱਤਾ ਗਿਆ, GI ਟੈਗ ਦਿੱਤਾ ਗਿਆ ਦੋ ਚੀਜ਼ਾਂ ਨੂੰ, ਥੰਜਾਵੁਰ ਨੈਤੀ ਵਰਕਸ ਐਂਡ ਆਰਮਾਵੁਰ ਵੁੱਡ ਕਾਰਵਿੰਗਸ ਦੋਨੋਂ ਤਮਿਲਨਾਡੂ ਦੇ। ਠੀਕ ਹੈ, ਇਸ ਦੇ ਨਾਲ ਯਾਦ ਰੱਖਣਾ ਹੈ ਕੋਵਿਲਪੱਟੀ ਕਦਾਲਾਈ ਮਿਠਾਈ, ਤਮਿਲਨਾਡੂ ਦੀ ਕੋਵਿਲਪੱਟੀ ਕਦਾਲਾਈ ਮਿਠਾਈ ਨੂੰ ਵੀ ਬੇਸਿਕਲੀ ਇੱਕ ਮਿਠਾਈ ਹੈ, ਇੱਕ ਸਵੀਟ ਹੈ ਕੋਵਿਲਪੱਟੀ ਕਦਾਲਾਈ ਤਮਿਲਨਾਡੂ ਦੀ, ਇਸ ਨੂੰ ਵੀ GI ਟੈਗ ਦਿੱਤਾ ਗਿਆ, ਇਸ ਨੂੰ ਵੀ GI ਟੈਗ ਦਿੱਤਾ ਗਿਆ। ਨੈਕਸਟ ਹੈ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦੀ ਗੱਲ ਕਰੀਏ, ਸਪੋਰਟਸ ਅਵਾਰਡਸ ਅਨਾਊਂਸ ਕੀਤੇ ਜਾਣਗੇ ਜਿਸ ਦੇ ਲਈ ਡਿਫਰੈਂਟ ਐਸੋਸੀਏਸ਼ਨਸ ਦੁਆਰਾ ਡਿਫਰੈਂਟ ਪਰਸਨਸ ਨੂੰ ਨੋਮੀਨੇਟ ਕੀਤਾ ਜਾ ਰਿਹਾ ਹੈ, ਰਿਕਮੈਂਡ ਕੀਤਾ ਜਾ ਰਿਹਾ ਹੈ। ਠੀਕ ਹੈ, ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦੇ ਲਈ ਅੰਜੁਮ ਮੌਦਗਿਲ ਦਾ ਨਾਮ ਰਿਕਮੈਂਡ ਕੀਤਾ ਗਿਆ, ਅੰਜੁਮ ਮੌਦਗਿਲ ਦਾ ਨਾਮ ਰਿਕਮੈਂਡ ਕੀਤਾ ਗਿਆ ਕਿਸ ਦੁਆਰਾ? ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੁਆਰਾ। ਆਪਣੇ ਲਈ ਦੋ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ, ਕਿਸ ਦਾ ਨਾਮ ਰਿਕਮੈਂਡ ਕੀਤਾ ਗਿਆ, ਇਹ ਸਿਰਫ ਹਜੇ ਲਈ ਇੰਪੋਰਟੈਂਟ ਹੈ ਜਦੋਂ ਤੱਕ ਸਪੋਰਟਸ ਅਵਾਰਡ ਅਨਾਊਂਸ ਨਹੀਂ ਹੁੰਦੇ, ਔਰ ਦੂਜੀ ਆਪਣੇ ਲਈ ਮੇਨ ਚੀਜ਼ ਕੀ ਇੰਪੋਰਟੈਂਟ ਬਣਦੀ ਹੈ ਕਿ ਪਰਸਨ ਕਿਸ ਸਪੋਰਟਸ ਤੋਂ ਬਿਲੋਂਗ ਕਰਦਾ ਹੈ, ਪਰਸਨ ਕਿਸ ਸਪੋਰਟਸ ਤੋਂ ਬਿਲੋਂਗ ਕਰਦਾ ਹੈ। ਅੰਜੁਮ ਮੌਦਗਿਲ ਕਿਸ ਸਪੋਰਟਸ ਤੋਂ ਬਿਲੋਂਗ ਕਰਦੇ ਨੇ? ਸ਼ੂਟਿੰਗ ਤੋਂ ਬਿਲੋਂਗ ਕਰਦੇ ਨੇ। ਨੈਕਸਟ ਹੈ ਸੰਦੇਸ਼ ਜਿੰਗਨ ਐਂਡ ਐਨ ਬਾਲਾ ਦੇਵੀ, ਸੰਦੇਸ਼ ਜਿੰਗਨ ਔਰ ਐਨ ਬਾਲਾ ਦੇਵੀ ਇਹ ਵੀ ਦੋ ਨਾਮ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਅਰਜੁਨ ਅਵਾਰਡ ਦੇ ਲਈ, ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਅਰਜੁਨ ਅਵਾਰਡ ਦੇ ਲਈ ਕਿਸ ਦੁਆਰਾ? ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੁਆਰਾ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੁਆਰਾ। ਯਾਨੀ ਕਿ ਦੋਨੋਂ ਪਰਸਨਸ ਇਹ ਕਿਸ ਤੋਂ ਬਿਲੋਂਗ ਕਰਦੇ ਨੇ? ਫੁੱਟਬਾਲ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਸੰਦੇਸ਼ ਜਿੰਗਨ ਮੈਨਸ ਫੁੱਟਬਾਲ ਪਲੇਅਰ ਨੇ ਔਰ ਐਨ ਬਾਲਾ ਦੇਵੀ ਵੂਮੈਨਸ ਫੁੱਟਬਾਲ ਪਲੇਅਰ ਨੇ। ਨੈਕਸਟ ਹੈ ਇਟਲੀ ਹੈਜ਼ ਡਿਵੈਲਪਡ ਆਈ ਫੀਲ ਯੂ ਬ੍ਰੈਸਲੇਟ, ਆਈ ਫੀਲ ਯੂ ਬ੍ਰੈਸਲੇਟ ਸੋਸ਼ਲ ਡਿਸਟੈਂਸਿੰਗ ਦੇ ਲਈ ਇਟਲੀ ਦੁਆਰਾ ਸੋਸ਼ਲ ਡਿਸਟੈਂਸਿੰਗ ਦੇ ਲਈ ਆਈ ਫੀਲ ਯੂ ਬ੍ਰੈਸਲੇਟ ਲਾਂਚ ਕੀਤਾ ਗਿਆ, ਕਿਸ ਦੁਆਰਾ ਕੀਤਾ ਗਿਆ? ਇਟਲੀ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ। ਨੈਕਸਟ ਅੱਜ ਦੀ ਸਟੇਟ ਦੇ ਵੱਲ ਚੱਲਦੇ ਹਾਂ। ਅੱਜ ਦੀ ਸਟੇਟ ਆਪਾਂ ਡਿਸਕਸ ਕਰਾਂਗੇ ਮੇਘਾਲਿਆ, ਮੇਘਾਲਿਆ ਦੇ ਬਾਰੇ ਡਿਸਕਸ ਕਰਾਂਗੇ। 21 ਜਨਵਰੀ 1972, 21 ਜਨਵਰੀ 1972 ਨੂੰ ਮੇਘਾਲਿਆ ਬਣਾਈ ਗਈ ਸੀ। ਕੈਪੀਟਲ ਔਰ ਲਾਰਜੈਸਟ ਸਿਟੀ ਹੈ ਸ਼ਿਲੋਂਗ। ਚੀਫ ਮਿਨਿਸਟਰ ਨੇ ਇੱਥੇ ਦੇ ਕੋਨਾਰਡ ਸੰਗਮਾ, RN ਰਵੀ ਇੱਥੇ ਦੇ ਗਵਰਨਰ ਨੇ। ਡਿਸਟ੍ਰਿਕਟਸ ਦੀ ਗੱਲ ਕਰੀਏ 11 ਡਿਸਟ੍ਰਿਕਟਸ ਨੇ, 2 ਲੋਕ ਸਭਾ ਸੀਟਸ ਨੇ, ਇੱਕ ਰਾਜ ਸਭਾ ਸੀਟ ਹੈ ਔਰ ਵਿਧਾਨ ਸਭਾ यूनिकैमरल है। विधान सभा की सीट्स इत्थे 60 ने, यूनिकैमरल है, विधान सभा की सीट्स ने 60। बॉर्डर स्टेट्स की गल करिए असम के नाल बॉर्डर शेयर कर रहा है, और कंट्री की गल करिए बांग्लादेश के नाल बॉर्डर शेयर कर रहा है और असम के नाल बॉर्डर शेयर कर रहा है। फोक डांस की गल करिए लाहो फोक डांस है, फोक डांस है इत्थे दा लाहो। इस तो इलावा गैरो खासी हिल्स कित्थे सिचुएटेड ने? मेघालय दे विच। मेघालय दे विच ही चैरी ब्लूजम फैसटीवल, मेघालय के शिलोंग दे विच चैरी ब्लूजम फैसटीवल बनाया गया सी। दो इंपोर्टेंट नेशनल पार्क डिस्कस करते हैं। सब तो पहले नॉरकेक नेशनल पार्क, दूसरा है बलपक्रम नेशनल पार्क। नॉरकेक और बलपक्रम, नॉरकेक और बलपक्रम नेशनल पार्क, नॉरकेक नेशनल पार्क और बलपक्रम नेशनल पार्क। इस तो इलावा बगमारा पिक्चर प्लांट वाइल्ड लाइफ सेंचुरी, बगमारा पिक्चर प्लांट वाइल्ड लाइफ सेंचुरी। सीजू बर्ड सेंचुरी भी मेघालय दे विच है। वैटेस्ट स्टेट है, इसनूं इंडिया की वैटेस्ट स्टेट कहा जाता है। क्यों कहा जाता है? क्योंकि इत्थे दी दो प्लेसिस ने, म्यांसराम और चिरापुंजी। म्यांसराम और चिरापुंजी इत्थे सब तो ज़्यादा बारिश होंदी है। सब तो ज़्यादा बारिश इंडिया दे विच दो प्लेसिस दे विच कहा जाता है, म्यांसराम और चिरापुंजी। सब तो ज़्यादा बारिश होंदी है इत्थे मेघालय दे विच। कित्थे होंदी है जी? मेघालय दे विच। नैक्सट अज दे फर्स्ट क्वेश्चन दे वल चलदे हैं। सब तो पहला क्वेश्चन है कि विच डे इज़ ऑब्जर्वड एज इंटरनेशनल डे ऑफ लाइट एज ऑब्जर्वड एज एनिवर्सरी ऑफ फर्स्ट सक्सेसफुल ऑपरेशन ऑफ द लेजर बाय फिजिसिस्ट एंड इंजीनियर इन 1960। ईजी क्वेश्चन है, काफ़ी इंपॉर्टेंट क्वेश्चन। इंटरनेशनल डे ऑफ लाइट, डायरैक्ट क्वेश्चन है कि इंटरनेशनल डे ऑफ लाइट किस दिन ऑब्जर्व किया जाता है? इंटरनेशनल डे ऑफ लाइट ऑब्जर्व किया जाता है 16 मई को। कदों ऑब्जर्व किया जाता है? 16 मई को।
क्यों ऑबजर्व किया जाता है कि इस दिन सक्सैसफुल ऑपरेशन किया गया सी लेज़र ऑपरेशन किया गया सी फिजिसिस्ट और इंजीनियर द्वारा 1960 ਦੇ ਵਿੱਚ 1960 ਦੇ ਵਿੱਚ ਇੱਕ ਲੇਜ਼ਰ ਆਪਰੇਸ਼ਨ ਸਕਸੈਸਫੁਲ ਕੀਤਾ ਗਿਆ ਸੀ ਜਿਸ ਦੇ ਕਾਰਨ ਇੰਟਰਨੈਸ਼ਨਲ ਡੇ ਆਫ ਲਾਈਟ ਸੈਲੀਬ੍ਰੇਟ ਕੀਤਾ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ 16 ਮਈ ਦੇ ਲਈ ਦੋ ਚੀਜ਼ਾਂ ਹੋਰ ਇੰਪੋਰਟੈਂਟ ਡਿਸਕਸ ਕਰਦੇ ਹਾਂ। ਇੰਟਰਨੈਸ਼ਨਲ ਡੇ ਆਫ ਲਾਈਟ ਤੋਂ ਇਲਾਵਾ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ, ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ किस दिन ऑब्जर्व किया जाता है? 16 ਮਈ ਨੂੰ। 16 ਮਈ ਨੂੰ ਸਿੱਕਿਮ ਦਾ ਫਾਊਂਡੇਸ਼ਨ ਡੇ ਵੀ ਸੈਲੀਬ੍ਰੇਟ ਕੀਤਾ ਗਿਆ। 16 ਮਈ ਨੂੰ ਸਿੱਕਿਮ ਦਾ ਫਾਊਂਡੇਸ਼ਨ ਡੇ ਵੀ ऑब्जर्व ਕੀਤਾ ਗਿਆ। ਸਿੱਕਿਮ ਦਾ ਫਾਊਂਡੇਸ਼ਨ ਡੇ ਕਦੋਂ ऑब्जर्व ਕੀਤਾ ਗਿਆ? 16 ਮਈ ਨੂੰ। ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੀ ਗੱਲ ਕਰੀਏ, ਬਾਕੀ ਆਪਸ਼ਨਸ ਦੇ ਵਿੱਚ ਸਭ ਤੋਂ ਪਹਿਲੇ ਹੈ 7 ਮਈ। 7 ਮਈ ਨੂੰ BRO ਡੇ, BRO ਦਾ ਫਾਊਂਡੇਸ਼ਨ ਡੇ, ਬਾਰਡਰ ਰੋਡ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਇਸ ਦਾ ਫਾਊਂਡੇਸ਼ਨ ਡੇ ऑब्जर्व ਕੀਤਾ ਜਾਂਦਾ ਹੈ 7 ਮਈ ਨੂੰ। ਇਸ ਤੋਂ ਇਲਾਵਾ ਵਰਲਡ ਐਥਲੈਟਿਕਸ ਡੇ ਵੀ ऑब्जर्व ਕੀਤਾ ਜਾਂਦਾ ਹੈ 7 ਮਈ ਨੂੰ। 7 ਮਈ ਨੂੰ ਵਰਲਡ ਐਥਲੈਟਿਕਸ ਡੇ ਵੀ ऑब्जर्व ਕੀਤਾ ਜਾਂਦਾ ਹੈ। 8 ਮਈ ਨੂੰ ਰੈੱਡ ਕ੍ਰੋਸ ਕ੍ਰੀਸੈਂਟ ਡੇ, ਰੈੱਡ ਕ੍ਰੋਸ ਕ੍ਰੀਸੈਂਟ ਡੇ ऑब्जर्व ਕੀਤਾ ਗਿਆ। ਇਸ ਤੋਂ ਇਲਾਵਾ ਵਰਲਡ ਥੈਲੇਸੀਮੀਆ ਡੇ, ਵਰਲਡ ਥੈਲੇਸੀਮੀਆ ਡੇ। 11 ਮਈ ਨੂੰ ਨੈਸ਼ਨਲ ਟੈਕਨੋਲੋਜੀ ਡੇ, ਨੈਸ਼ਨਲ ਟੈਕਨੋਲੋਜੀ ਡੇ। 15 ਮਈ ਦੇ ਬਾਰੇ ਆਪਾਂ ਹੁਣੇ ਡਿਸਕਸ ਕੀਤਾ ਸੀ, ਇੰਟਰਨੈਸ਼ਨਲ ਡੇ ਆਫ ਫੈਮਿਲੀਜ਼। ਔਰ ਦੂਸਰਾ ਦਿਨ ਆਪਾਂ ਡਿਸਕਸ ਕੀਤਾ ਸੀ ਐਂਡੇਂਜਰਡ ਸਪੀਸੀਜ਼ ਡੇ, ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਐਂਡ ਐਂਡੇਂਜਰਡ ਸਪੀਸੀਜ਼ ਡੇ। ਇਹ ਦੋਨੋਂ ਦਿਨ ऑब्जर्व ਕੀਤੇ ਗਏ, ਜਿਸ ਦੇ ਵਿੱਚ ਐਂਡੇਂਜਰਡ ਸਪੀਸੀਜ਼ ਡੇ ਦੀ ਥੀਮ ਰਹੀ ਸੀ ਸਸਟੇਨਿੰਗ ਆਲ ਲਾਈਫ ਔਨ ਅਰਥ, ਸਸਟੇਨਿੰਗ ਆਲ ਲਾਈਫ ਔਨ ਅਰਥ। नेक्स्ट है वर्ल्ड ट्रेड ऑर्गेनाइजेशन चीफ रिसेंटली रिजाइंड फ्रॉम इट्स पोजीशन, वट वाज द नेम ऑफ WTO चीफ। वर्ल्ड ट्रेड ऑर्गेनाइजेशन की गल करिए अगर आप, वर्ल्ड ट्रेड ऑर्गेनाइजेशन इसनू 1995 ਦੇ ਵਿੱਚ ਬਣਾਇਆ ਗਿਆ ਸੀ, 1995 ਦੇ ਵਿੱਚ ਬਣਾਇਆ ਗਿਆ ਸੀ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਸ ਦਾ ਹੈੱਡਕੁਆਰਟਰ ਹੈ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਸ ਦਾ ਹੈੱਡਕੁਆਰਟਰ ਹੈ। ਔਰ ਕੰਟਰੀਜ਼ ਦੀ ਗੱਲ ਕਰੀਏ 164 ਇਸ ਦੇ ਮੈਂਬਰਸ ਨੇ, 164 ਮੈਂਬਰਸ ਨੇ, ਕੰਟਰੀਜ਼ ਨਹੀਂ 164 ਮੈਂਬਰਸ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਯੂਰੋਪੀਅਨ ਯੂਨੀਅਨ ਵੀ ਇੱਕ ਮੈਂਬਰ ਹੈ। ਯੂਰੋਪੀਅਨ ਯੂਨੀਅਨ ਗਰੁੱਪ ਆਫ ਕੰਟਰੀਜ਼ 164 ਇਸ ਨੂੰ ਮਿਲਾ ਕੇ ਹੈ। ਠੀਕ ਹੈ, ਇਸ ਤੋਂ ਇਲਾਵਾ ਇਸ ਦੇ ਜਿਹੜੇ ਹੈੱਡ ਸੀਗੇ, ਚੀਫ ਸੀਗੇ, ਉਹਨਾਂ ਨੇ ਰੈਜ਼ੀਗਨੇਸ਼ਨ ਦਿੱਤਾ। ਇਹਨਾਂ ਦਾ ਰੈਜ਼ੀਗਨੇਸ਼ਨ ਮੰਨਿਆ ਜਾਏਗਾ 31 ਅਗਸਤ ਤੋਂ, 31 ਅਗਸਤ ਤੋਂ। ਔਰ ਇਹਨਾਂ ਦਾ 1 ਸਾਲ ਦਾ ਟੈਨੂਅਰ ਹਜੇ ਪਿਆ ਸੀ, 1 ਸਾਲ ਦਾ ਟੈਨੂਅਰ ਪਿਆ ਸੀ। 31 ਅਗਸਤ ਤੋਂ ਇਹਨਾਂ ਦਾ ਰੈਜ਼ੀਗਨੇਸ਼ਨ ਮੰਨਿਆ ਜਾਏਗਾ। ਕੌਣ ਨੇ? ਇਹਨਾਂ ਦਾ ਨਾਮ ਹੈ ਰੋਬਰਟੋ ਐਜ਼ੀਵਾੜੋ, ਰੋਬਰਟੋ ਐਜ਼ੀਵਾੜੋ WTO ਦੇ ਹੈੱਡ ਸੀ। ਡੈਰਨ ਟੈਂਗ ਦੀ ਗੱਲ ਕਰੀਏ, ਰਿਸੈਂਟਲੀ ਆਪਾਂ ਡਿਸਕਸ ਕੀਤਾ ਸੀ ਇਹਨਾਂ ਦਾ ਨਾਮ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਰਗੇਨਾਈਜੇਸ਼ਨ, ਵਿਪੋ, ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਰਗੇਨਾਈਜੇਸ਼ਨ। ਇਸ ਦੇ ਹੈੱਡ ਕੌਣ ਨੇ? ਡੈਰਨ ਟੈਂਗ। ਡੇਵਿਡ ਮਲਪਾਸ ਵਰਲਡ ਬੈਂਕ ਦੇ ਹੈੱਡ ਨੇ, ਵਰਲਡ ਬੈਂਕ ਦੇ ਹੈੱਡ ਕੌਣ ਨੇ? ਡੇਵਿਡ ਮਲਪਾਸ। ਕ੍ਰਿਸਟੀਨਾ ਲਗਾੜੇ ਹੈੱਡ ਸੀਗੇ IMF ਦੇ ਹੈੱਡ ਸੀਗੇ। ਔਰ ਡੇਵਿਡ ਮਲਪਾਸ 13th ਨੰਬਰ ਦੇ ਹੈੱਡ ਨੇ ਵਰਲਡ ਬੈਂਕ ਦੇ। ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਣਾ। ਕ੍ਰਿਸਟੀਨਾ ਲਗਾੜੇ IMF ਦੇ ਹੈੱਡ ਨੇ। ਜਿਮ ਬ੍ਰਾਈਡਸਟੀਨ ਨਾਸਾ ਦੇ ਐਡਮਿਨਿਸਟ੍ਰੇਟਰ ਨੇ। ਨਾਸਾ ਦੇ ਐਡਮਿਨਿਸਟ੍ਰੇਟਰ ਕੌਣ ਨੇ? ਜਿਮ ਬ੍ਰਾਈਡਸਟੀਨ। ਇਹ ਨਾਮ ਯਾਦ ਰੱਖਣੇ ਨੇ, ਇੰਪੋਰਟੈਂਟ ਨੇ। ਨੈਕਸਟ ਹੈ ਵਿਚ ਸਟੇਟ ਗੌਰਮੈਂਟ ਹੈਜ਼ ਲੌਂਚ ਮਾਤਿਰ ਸਮਿਸ਼ਟੀ ਸਕੀਮ ਟੂ ਯੂਟੀਲਾਈਜ਼ 5000 ਏਕੜ ਬੈਰਨ ਲੈਂਡ ਇਨ 6 ਡਿਸਟ੍ਰਿਕਟਸ। 6 ਡਿਸਟ੍ਰਿਕਟਸ ਦੇ ਵਿੱਚ ਜਿਹੜੀ ਬੰਜਰ ਜ਼ਮੀਨ ਕਹਿ ਸਕਦੇ ਹਾਂ, 50,000 ਏਕੜ ਦੀ ਬੰਜਰ ਜ਼ਮੀਨ ਹੈ ਉਸ ਸਟੇਟ ਦੇ ਵਿੱਚ, ਉਸਨੂੰ ਯੂਜ਼ ਕਰਨ ਦੇ ਲਈ ਮਾਤੀ ਸਮਿਸ਼ਟੀ ਇੱਕ ਸਕੀਮ ਹੈ। ਇਸ ਨੂੰ ਕਿਹੜੀ ਸਟੇਟ ਗੌਰਮੈਂਟ ਦੁਆਰਾ ਲਾਂਚ ਕੀਤਾ ਗਿਆ? ਵੈਸਟ ਬੰਗਾਲ ਗੌਰਮੈਂਟ ਦੁਆਰਾ ਇਸ ਸਕੀਮ ਨੂੰ ਲਾਂਚ ਕੀਤਾ ਗਿਆ। ਵੈਸਟ ਬੰਗਾਲ ਗੌਰਮੈਂਟ ਦੀ ਕੁਝ ਹੋਰ ਸਕੀਮਸ ਵੀ ਡਿਸਕਸ ਕਰਾਂਗੇ। ਇਸ ਤੋਂ ਇਲਾਵਾ 2 ਸਕੀਮਸ ਇਹਨਾਂ ਨੇ ਰਿਸੈਂਟਲੀ ਲਾਂਚ ਕੀਤੀਆਂ ਨੇ, ਆਈ ਥਿੰਕ ਕੱਲ੍ਹ ਲਾਂਚ ਕੀਤੀਆਂ ਨੇ, ਉਹਨਾਂ ਦੇ ਬਾਰੇ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਮਾਤੀ ਸਮਿਸ਼ਟੀ ਹੋ ਗਈ। ਦੂਜੀ ਸਕੀਮ ਹੈ ਸਨੇਹਰ ਪੋਰੋਸ਼, SNEHAR, ਸਨੇਹਰ ਪੋਰੋਸ਼। ਵੈਸਟ ਬੰਗਾਲ ਦੁਆਰਾ ਲਾਂਚ ਕੀਤੀ ਗਈ। ਕਿਸ ਦੇ ਲਈ ਲਾਂਚ ਕੀਤੀ ਗਈ? ਇਹ ਮਾਈਗਰੈਂਟ ਲੇਬਰਸ ਦੇ ਲਈ,
ਮਾਈਗਰੈਂਟ ਲੇਬਰ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਸਕੀਮ ਹੋਰ ਲਾਂਚ ਕੀਤੀ ਗਈ, ਪ੍ਰੋਚੇਸਟਾ ਵੀ ਲਾਂਚ ਕੀਤੀ ਗਈ। ਇਹ ਲਾਂਚ ਕੀਤੀ ਗਈ ਅਨਆਰਗੇਨਾਈਜ਼ਡ ਸੈਕਟਰ ਦੇ ਲਈ, ਸਨੇਹਰ ਪੋਰਸ਼ ਔਰ ਪ੍ਰੋਚੇਸਟਾ ਦੋ ਸਕੀਮਸ ਇਹ ਲਾਂਚ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਾਤ੍ਰ ਸਮ੍ਰਿਸ਼ਟੀ ਵੀ ਲਾਂਚ ਕੀਤੀ ਗਈ। ਵੈਸਟ ਬੰਗਾਲ ਦੀ ਹੋਰ ਕੋਈ ਸਕੀਮ ਦੀ ਗੱਲ ਕਰੀਏ ਤਾਂ ਬੰਗਾਸ਼੍ਰੀ ਔਰ ਸ਼ਾਹ ਸੁੰਦਰੀ ਇਹ ਦੋ ਸਕੀਮਸ ਵੀ ਕਿੱਥੇ ਦੀਆਂ ਨੇ? ਵੈਸਟ ਬੰਗਾਲ ਦੀਆਂ, ਬੰਗਾਸ਼੍ਰੀ ਔਰ ਸ਼ਾਹ ਸੁੰਦਰੀ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ, ਹਿਮਾਚਲ ਪ੍ਰਦੇਸ਼ ਚੀਫ ਮਿਨਿਸਟਰ ਜੈਰਾਮ ਠਾਕੁਰ ਐਕਟਿਵ ਕੇਸ ਫਾਈਂਡਿੰਗ ਕੈਂਪੇਨ ਲਾਂਚ ਕੀਤਾ ਸੀ ਹਿਮਾਚਲ ਪ੍ਰਦੇਸ਼ ਨੇ। ਉੱਤਰਾਖੰਡ ਕੈਪੀਟਲ ਗਾਰਸਨ, ਯਾਦ ਰੱਖਣੀ ਹੈ, ਗਾਰਸਨ ਸਮਰ ਕੈਪੀਟਲ ਡਿਕਲੇਅਰ ਕੀਤੀ ਗਈ ਹੈ ਰੀਸੈਂਟਲੀ। ਸਮਰ ਕੈਪੀਟਲ ਬੇਸਿਕਲੀ ਦੇਹਰਾਦੂਨ ਇੱਥੇ ਦੀ ਕੈਪੀਟਲ ਹੈ। ਇਸ ਤੋਂ ਇਲਾਵਾ ਉੱਤਰਾਖੰਡ ਬਾਰੇ ਡਿਸਕਸ ਕਰਦੇ ਹਾਂ। ਤ੍ਰਿਵੇਂਦਰ ਸਿੰਘ ਰਾਵਤ ਇੱਥੇ ਦੇ ਚੀਫ ਮਿਨਿਸਟਰ ਨੇ, ਠੀਕ ਹੈ ਜੀ। ਇਸ ਤੋਂ ਇਲਾਵਾ ਬੇਬੀ ਰਾਣੀ ਮੌਰਿਆ ਇੱਥੇ ਦੇ ਗਵਰਨਰ ਨੇ। ਸਨੋ ਲਿਓਪਾਰਡ ਕੰਜ਼ਰਵੇਸ਼ਨ ਸੈਂਟਰ ਉੱਤਰਾਖੰਡ ਦੇ ਵਿੱਚ। ਉੜੀਸਾ ਦੀ ਗੱਲ ਕਰੀਏ, ਕਾਲੀਆ ਸਕੀਮ, ਪੀਠਾ ਸਕੀਮ, ਅੰਮਾ ਘਰੇ ਸਕੀਮ, ਸੁਨੇਤਰ ਸਕੀਮ, ਸਮਰਿਧੀ ਸਕੀਮ। ਕਾਲੀਆ, ਪੀਠਾ, ਅੰਮਾ ਘਰੇ, ਸੁਨੇਤਰ, ਸਮਰਿਧੀ। ਇਸ ਤੋਂ ਇਲਾਵਾ ਮੋ ਸਰਕਾਰ, ਮੋ ਪਰਿਵਾਰ, ਮੋ ਕਲਿਆਣ, ਮੋ ਪ੍ਰਤਿਭਾ, ਇਹ ਸਾਰੀ ਸਕੀਮਸ ਕਿੱਥੇ ਲਾਂਚ ਕੀਤੀਆਂ ਗਈਆਂ? ਉੜੀਸਾ ਦੇ ਵਿੱਚ। ਹਰਿਆਣਾ ਦੀ ਗੱਲ ਕਰੀਏ, ਹਰਿਆਣਾ ਨੇ ਰੀਸੈਂਟਲੀ ਕੋਵਿਡ ਸੈਸ ਲਗਾਇਆ ਕਿਸ ਦੇ ਉੱਤੇ? ਲਿਕਰ ਦੇ ਉੱਤੇ, ਦਾਰੂ ਦੇ ਉੱਤੇ। ਇਸ ਤੋਂ ਇਲਾਵਾ ਹਰਿਆਣਾ ਨੇ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ, ਅਟਲ ਮਜ਼ਦੂਰ ਕੈਂਟੀਨਸ ਲਾਂਚ ਕੀਤੀਆਂ ਸੀ ਹਰਿਆਣਾ ਸਟੇਟ ਗਵਰਨਮੈਂਟ ਨੇ। ਨੈਕਸਟ ਹੈ, ਹੂ ਹੈਜ਼ ਲਾਂਚ ਡਿਫੈਂਸ ਟੈਸਟਿੰਗ ਇਨਫਰਾਸਟ੍ਰਕਚਰ ਸਕੀਮ for testing of defense equipment made by domestic defense industries। ਕਾਫੀ ਇੰਪੋਰਟੈਂਟ ਕੁਐਸਚਨ। ਕੀ ਕੀਤਾ ਗਿਆ? ਇੱਕ ਸਕੀਮ ਲਾਂਚ ਕੀਤੀ ਗਈ, ਡਿਫੈਂਸ ਟੈਸਟਿੰਗ ਇਨਫਰਾਸਟ੍ਰਕਚਰ ਸਕੀਮ। ਇਸ ਸਕੀਮ ਦੇ ਅੰਡਰ ਕੀ ਕਿਹਾ ਗਿਆ ਕਿ 6 ਤੋਂ 8 ਟੈਸਟਿੰਗ ਫੈਸਿਲਿਟੀਜ਼ ਬਣਾਈ ਜਾਣਗੀਆਂ, ਟੈਸਟਿੰਗ ਦੇ ਲਈ ਜਗ੍ਹਾ ਬਣਾਈ ਜਾਣਗੀਆਂ, 6 ਤੋਂ 8 ਜਗ੍ਹਾ ਬਣਾਈ ਜਾਣਗੀਆਂ। 5 ਸਾਲ ਦੇ ਲਈ ਸਕੀਮ ਨੂੰ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਕੀ ਕਿਹਾ ਜਾਏਗਾ ਕਿ ਜਿਹੜੀ ਡਿਫਰੈਂਟ ਡੋਮੈਸਟਿਕ ਡਿਫੈਂਸ ਇੰਡਸਟਰੀਜ਼, ਇੰਡੀਆ ਦੀ डिफेंस इंडस्ट्रीज़ ने, फॉर एग्जांपल DRDO होगी, ठीक है, बेल होगी, इन्हों द्वारा जोड़े भी इक्विपमेंट्स बनाए जाएंगे, डिफरेंट डोमैसटिक इंडस्ट्रीज़ द्वारा जिन्हें भी इक्विपमेंट्स बनाए जाएंगे डिफेंस टेस्टिंग के लिए, उन्होंने टेस्टिंग जी की जाएगी उन्होंने इस फैसिलिटीज़ के किया जाएगा। तो इन्होंने फैसिलिटीज़ को बनाने के लिए अमाउंट सैंक्शन की गई है 400 करोड़ की अमाउंट सैंक्शन की गई। तो यह किस द्वारा स्कीम लॉन्च की गई? इस स्कीम को लॉन्च किया गया राजनाथ सिंह डिफेंस मिनिस्टर ने लखनऊ उत्तर प्रदेश तो लोक सभा MP ने। डिफेंस मिनिस्टर ने लखनऊ उत्तर प्रदेश तो लोक सभा MP ने इन्हों द्वारा इस स्कीम को लॉन्च किया गया। इस तो इलावा बाकी ऑप्शन डिस्कस करते हैं। अमित शाह होम मिनिस्टर ने और गांधीनगर गुजरात तो लोक सभा MP ने। श्रीपद येसो नायक बेसिकली इन्होंने लवे आयुष मिनिस्ट्री है, नॉर्थ गोवा तो लोक सभा MP ने, पर यह मिनिस्टर ऑफ स्टेट भी ने डिफेंस दे, यानी कि डिप्टी डिफेंस मिनिस्टर भी ने। नितिन गडकरी रोड ट्रांसपोर्ट मिनिस्ट्री है बेसिकली इन्होंने लवे। इस तो इलावा MSME मिनिस्ट्री है, रोड ट्रांसपोर्ट और MSME मिनिस्ट्री है नितिन गडकरी लवे। नरेंद्र सिंह तोमर पंचायती राज मिनिस्ट्री है, एग्रीकल्चर एंड फैमिली वेलफेयर मिनिस्ट्री है और रूरल डेवलपमेंट मिनिस्ट्री है। नितिन गडकरी नागपुर महाराष्ट्र तो लोक सभा MP ने। नरेंद्र सिंह तोमर मोरियाणा मध्य प्रदेश तो लोक सभा MP ने। नेक्स्ट है, विच इंडियन कोस्ट गार्ड शिप कमीशनड एट गोवा बाय राजनाथ सिंह डिफेंस मिनिस्टर ने लखनऊ उत्तर प्रदेश तो लोक सभा MP ने। इन्हों के बारे आप यह डिस्कस कर चुके हैं। इस तो इलावा ICG की गल करते हैं। इंडियन कोस्ट गार्ड की एक शिप नूं कमीशन किया गया, रिसेंटली कमीशन किया गया गोवा के विच। किन्ना द्वारा किया गया? राजनाथ सिंह द्वारा। शिप का नाम है सचेत। 5th ऑप्शन, सचेत शिप एक इंडियन कोस्ट गार्ड शिप है
जिसनों इस दे विच इंकलूड किया गया, कमीशन किया गया गोवा दे विच। ठीक है जी, ये याद रखना है। एनी बेसेंट और अमृत कौर ये भी इंडियन कोस्ट गार्ड के शिप्स ने। एनी बेसेंट और अमृत कौर इन्हों रिसेंटली कमीशन किया गया सी कोलकाता दे विच। कोलकाता दे विच इन्हां दोनों शिप्स नूं कमीशन किया गया सी। किन्हां द्वारा किया गया सी? डिफेंस सैक्रटरी द्वारा। डिफेंस सैक्रटरी अजय कुमार द्वारा। डिफेंस सैक्रटरी अजय कुमार द्वारा एनी बेसेंट और अमृत कौर इन्हां दो शिप्स नूं कमीशन किया गया सी। ठीक है, याद रखना। जलाशय और मगर, जलाशय और मगर इंडियन नेवी शिप ने। इंडियन नेवी के शिप ने जलाशय ते मगर। क्यों इंपोर्टेंट ने? इन्हां दोनों नूं मालदीव्स भेजा गया। मालदीव्स भेजा गया सी ऑपरेशन समुंदर सेतु के अंडर। समुंदर सेतु के अंडर कोविड-19 के लिए लोगों को वापस लेके आने के लिए। इस तो इलावा अगर आप डिस्कस करिए इंडियन कोस्ट गार्ड शिप्स के नाल नाल दो बोट्स नूं भी कमीशन किया गया। दो बोट्स नूं भी कमीशन किया गया। बोट्स के नाम अगर आप डिस्कस करते हैं, बोट्स के नाम ने C450, C451, C450 और C451। इन्हां दो बोट्स नूं भी कमीशन किया गया गोवा दे विच ही। ये याद रखना है। नैक्सट है लैंडिंग क्राफ्ट यूटिलिटी शिप IULCNU। लैंडिंग क्राफ्ट यूटिलिटी LCU। अगर आप INCLU दे विच LCU की फुल फॉर्म देखिए तो लैंडिंग क्राफ्ट यूटिलिटी है L57। कमीशन किया गया पोर्ट ब्लेयर दे विच। पोर्ट ब्लेयर दे विच इसनूं किहड़ी फोर्स दे विच कमीशन किया गया? इस शिप नूं किहड़ी फोर्स दे लई कमीशन किया गया? इसनूं किया गया नेवी दे लई। सैकेंड ऑप्शन नेवी दे लई पोर्ट ब्लेयर दे विच एक शिप नूं कमीशन किया गया। IN की फुल फॉर्म इत्थे इंडियन नेवी है। तो इंडियन नेवी लैंडिंग क्राफ्ट यूटिलिटी शिप L57 कमीशन किया गया पोर्ट ब्लेयर दे विच। क्वेश्चन ये भी पूछा जा सकता है कि इसनूं कित्थे कमीशन किया गया? कित्थे कमीशन किया गया? पोर्ट ब्लेयर दे विच। ये याद रखना। अच्छा, नेवी के हैड कौन ने? नेवी के हैड ने अपने नेवी के हैड ने करणबीर सिंह। एडमिरल करणबीर सिंह नेवी के हैड ने। एयरफोर्स के हैड की गल करिए RK सिंह भदौरिया। RK सिंह भदौरिया एयरफोर्स के हैड ने। आर्मी के हैड, आर्मी के हैड कौन ने? आर्मी के हैड ने मनोज मुकुंद नरवाने। मनोज मुकुंद नरवाने रिसेंटली अपॉइंट किए गए हैं। इंडियन कोस्ट गार्ड के हैड ने के नटराजन। के नटराजन और इसके डिप्टी इंस्पैक्टर जनरल का नाम भी याद रखना है नुपुर कुलश्रेष्ठा। नुपुर कुलश्रेष्ठा। नैशनल सिक्योरिटी गार्ड के हैड की गल याद रखिए अनूप कुमार सिंह। अनूप कुमार सिंह। एयरफोर्स डे, एयरफोर्स डे याद रखना है एयरफोर्स डे है 8 अक्तूबर। 8 अक्तूबर। नेवी डे दिसंबर के विच हुंदा है। नेवी डे 4 दिसंबर। 4 दिसंबर। और आर्मी डे की गल करिए 15 जनवरी। 15 जनवरी नूं आर्मी डे ऑब्जर्व किया जाता है। नैक्सट है विच बैंक्स हैज साइंड एग्रीमेंट विद गवर्नमेंट ऑफ इंडिया ऑफ US $145 million $145 million to improve irrigation services and flood management in the Damodar Valley command area in West Bengal। West Bengal के रिलेटेड दूजी न्यूज़ है अपनी कि वेस्ट बंगाल दे विच शिप्स दे लई, वेस्ट बंगाल दे विच शिप्स दे लई, सॉरी शिप्स की गल नहीं, इरीगेशन दे लई, इरीगेशन और दामोदर वैली दे विच फ्लड मैनेजमेंट दे लई, इरीगेशन और दामोदर वैली दे विच फ्लड मैनेजमेंट दे लई $145 मिलियन का एग्रीमेंट साइन किया गया। किहड़े बैंक के नाल इस एग्रीमेंट नूं साइन किया गया? इस बैंक एग्रीमेंट नूं साइन किया गया थर्ड ऑप्शन AIIB। AIIB एशियन इंफ्रास्ट्रक्चर इन्वेस्टमेंट बैंक। एशियन इंफ्रास्ट्रक्चर इन्वेस्टमेंट बैंक के नाल इस एग्रीमेंट नूं साइन किया गया। ठीक है जी। इस तो इलावा एशियन इंफ्रास्ट्रक्चर इन्वेस्टमेंट बैंक की गल करिए बीजिंग चाइना दे विच इस दा हैडकुआटर है। 78 मैंबर कंट्रीज़ ने, 78 मैंबर कंट्रीज़ ने और जिम लिक्विन इस दे हैड ने। वर्ल्ड बैंक की गल करिए वर्ल्ड बैंक के हैड ने डेविड मलपास। वाशिंगटन DC दे विच इस दा हैडकुआटर है और 189 मैंबर कंट्रीज़ ने। IMF की गल करिए क्रिस्टलिना लगाडे, क्रिस्टलिना जॉर्जिवा, क्रिस्टलिना जॉर्जिवा इस दे हैड ने
ਇਸ ਦਾ ਹੈਡਕੁਆਟਰ ਵਾਸ਼ਿੰਗਟਨ DC ਦੇ ਵਿੱਚ ਹੈ ਔਰ 189 ਮੈਂਬਰ ਕੰਟਰੀਜ਼ ਨੇ। ECB यूरोपियन सेंट्रल बैंक, यूरोपियन सेंट्रल बैंक, क्रिस्टलिना लगाडे इस दे हैड ने और इसका हैडकुआटर है फ्रैंकफुर्ट जर्मनी दे विच, फ्रैंकफुर्ट जर्मनी दे विच। ADB का हैड कौन है? मसात्सुगु आसाकावा, मसात्सुगु आसाकावा। 68 मैंबर कंट्रीज़ ने और इसका हैडकुआटर मैट्रो मनीला फिलीपींस दे विच है, मैट्रो मनीला फिलीपींस दे विच इसका हैडकुआटर है। नेक्स्ट है ट्राइबल अफेयर्स मिनिस्टर, ट्राइबल अफेयर्स मिनिस्टर लॉन्च गोल प्रोग्राम, गोल प्रोग्राम लॉन्च किया है। गोल की फुल फॉर्म है गोइंग ऑनलाइन एज लीडर्स, गोइंग ऑनलाइन एज लीडर्स, गोइंग ऑनलाइन एज लीडर्स। ट्राइबल अफेयर्स मिनिस्टर द्वारा एक प्रोग्राम लॉन्च किया गया फेसबुक के नाल मिल के, किस दे लई कि जिहड़ा ट्राइबल यूथ है, ट्राइबल यूथ है उन्होंने डिजिटल स्किलिंग की ट्रेनिंग दी जा सके, स्किल ट्रेनिंग दी जा सके। ट्राइबल यूथ नू प्रोग्राम लॉन्च किया गया फेसबुक के नाल मिल के, गोल, गोल प्रोग्राम गोइंग ऑनलाइन एज लीडर्स। क्वेश्चन है अपना कि ट्राइबल अफेयर्स मिनिस्टर कौन ने? ट्राइबल अफेयर्स मिनिस्टर कौन ने? ट्राइबल अफेयर्स मिनिस्टर ने अर्जुन मुंडा, अर्जुन मुंडा खुंती झारखंड तो लोक सभा MP ने और ट्राइबल अफेयर्स मिनिस्टर ने। ठीक है जी, अपना करैक्ट आंसर है फोर्थ ऑप्शन। बाकी ऑप्शंस की गल करिए, सब तो पहले मुख्तार अब्बास नकवी, मुख्तार अब्बास नकवी माइनॉरिटी अफेयर्स मिनिस्टर ने, माइनॉरिटी अफेयर्स मिनिस्टर ने और यह राज्य सभा MP ने, राज्य सभा MP ने झारखंड तो, झारखंड तो राज्य सभा MP ने। प्रहलाद जोशी, प्रहलाद जोशी लवे कोल मिनिस्ट्री है, कोल मिनिस्टर, माइन मिनिस्टर और पार्लियामेंट्री अफेयर्स मिनिस्ट्री, कोल मिनिस्ट्री, माइन मिनिस्ट्री और पार्लियामेंट्री अफेयर्स मिनिस्ट्री। धरवड़ कर्नाटका तो लोक सभा MP ने, धरवड़ कर्नाटका तो लोक सभा MP ने। महेंद्र नाथ पांडे, महेंद्र नाथ पांडे लवे मिनिस्ट्री है स्किल डेवलपमेंट एंड एंटरप्रेन्योरशिप, स्किल डेवलपमेंट मिनिस्ट्री कितना लवे है? महेंद्र नाथ पांडे। चंडोली उत्तर प्रदेश, चंडोली उत्तर प्रदेश तो लोक सभा MP ने। गिरिराज सिंह, गिरिराज सिंह लवे मिनिस्ट्री है इन्होंने लवे फिशरीज समथिंग मिनिस्ट्री सी, इन्होंने लवे मिनिस्ट्री है फिशरीज मिनिस्ट्री, एनिमल हस्बेंड्री मिनिस्ट्री, एनिमल हस्बेंड्री और फिशरीज मिनिस्ट्री है, एनिमल हस्बेंड्री और फिशिंग मिनिस्ट्री है बेगूसराय बिहार तो, बेगूसराय बिहार तो लोक सभा MP ने। गिरिराज सिंह बेगूसराय बिहार तो लोक सभा MP ने, ये याद रखना। नेक्स्ट है हु हैज़ पार्टिसिपेटेड इन द 32nd कॉमनवेल्थ हेल्थ मिनिस्टर्स मीटिंग, 32nd हेल्थ मिनिस्टर्स की मीटिंग दे विच 32वीं कॉमनवेल्थ हेल्थ मिनिस्टर मीटिंग दे विच वीडियो कॉन्फ्रेंसिंग के राही पार्टिसिपेट किया इंडिया वालों किसने? इंडिया वालों किस पर्सन ने इस पार्टिसिपेट किया? इंडिया वालों पार्टिसिपेट किया हेल्थ मिनिस्टर ने। हेल्थ मिनिस्टर कौन ने? डॉक्टर हर्षवर्धन। हेल्थ मिनिस्टर कौन ने अपने? डॉक्टर हर्षवर्धन। हेल्थ मिनिस्ट्री के नाल नाल इन्हां लवे साइंस एंड टैक्नोलॉजी मिनिस्ट्री है और अर्थ साइंस मिनिस्ट्री है, साइंस एंड टैक्नोलॉजी मिनिस्ट्री है और अर्थ साइंस मिनिस्ट्री है। डॉक्टर हर्षवर्धन चांदनी चौक दिल्ली तो, चांदनी चौक दिल्ली तो लोक सभा MP ने। किरण रिजिजू, किरण रिजिजू लवे स्पोर्ट्स मिनिस्ट्री है, स्पोर्ट्स एंड यूथ वेलफेयर मिनिस्ट्री किरण रिजिजू लवे है। और अरुणाचल वेस्ट तो लोक सभा MP ने, अरुणाचल वेस्ट तो लोक सभा MP ने। प्रहलाद सिंह पटेल कल्चर मिनिस्ट्री टूरिज्म मिनिस्ट्री, कल्चर मिनिस्ट्री और टूरिज्म मिनिस्ट्री है दामोह मध्य प्रदेश तो लोक सभा MP ने, दामोह मध्य प्रदेश तो लोक सभा MP ने। राजकुमार सिंह RK सिंह पावर मिनिस्ट्री है, पावर मिनिस्ट्री और न्यू एंड रीन्यूएबल एनर्जी मिनिस्ट्री, न्यू एंड रीन्यूएबल एनर्जी मिनिस्ट्री। आरा बिहार तो लोक सभा MP ने। हरदीप सिंह पुरी, हरदीप सिंह पुरी की गल करिए हाउसिंग एंड अर्बन अफेयर्स मिनिस्ट्री है, सिविल एविएशन मिनिस्ट्री है, हाउसिंग एंड अर्बन अफेयर्स और सिविल एविएशन मिनिस्ट्री है। ये राज्यसभा MP ने, राज्यसभा MP उत्तर प्रदेश तो, राज्यसभा MP फ्रॉम उत्तर प्रदेश हरदीप सिंह पुरी। ठीक है जी, पंज देखा जाए अज की क्लास के आप ज़्यादातर मिनिस्टर्स डिस्कस कर चुके हैं, सारे मिनिस्टर्स याद रखने ने, उन्होंने कॉन्स्टिट्यूएंसी भी याद रखनी। नेक्स्ट है विच कंट्री हैज़ बिकम द फर्स्ट यूरोपियन कंट्री,
फर्स्ट यूरोपियन कंट्री टू डिक्लेयर ऑफिशियली एंड ऑफ कोविड-19, ऑफिशियली एंड ऑफ कोविड-19 किहड़ी कंट्री द्वारा डिक्लेयर किया गया कोविड-19 का ऑफिशियली एंड, किहड़ी कंट्री द्वारा डिक्लेयर किया गया? स्लोवेनिया द्वारा। थर्ड ऑप्शन स्लोवेनिया द्वारा डिक्लेयर किया गया कोविड-19, मतलब इन्हों द्वारा कहा गया, अगर पंजाबी दे विच गल करिए कि इन्हों द्वारा कहा गया कि साडी कंट्री दे विच एक भी केस नहीं है कोविड-19 का, तो साडी कंट्री कोविड-19 फ्री है, कोरोना फ्री है साडी कंट्री स्लोवेनिया। ठीक है जी। स्लोवेनिया की कैपिटल की गल करते हैं। स्लोवेनिया की कैपिटल की गल करिए, काफ़ी अजीब जहा नाम है, लजुब्जाना, LJUBLJANA, जुबलाना, आई थिंक एल साइलेंट इस दे विच जुबलाना। ठीक है। और करंसी इत्थे यूरो चलती है, करंसी इत्थे यूरो चलती है। स्लोवेनिया कैपिटल जुल्बाना और करंसी यूरो चल रही है। ठीक है जी। बाकी कंट्रीज डिस्कस करते हैं। रोमानिया, रोमानिया कैपिटल बुचारेस्ट, बुचारेस्ट, रोमानिया कैपिटल बुचारेस्ट। ठीक है। इस तो इलावा इत्थे दी कैपिटल है ल्यू, LEU, ल्यू। स्लोवाकिया, ये जानबूझ के मैंने ऑप्शन के रखा कि स्लोवेनिया और स्लोवाकिया के कन्फ्यूजन ना हो। स्लोवेनिया की कैपिटल जुबलाना और स्लोवाकिया की कैपिटल है ब्रास्टिलावा, ब्रेटिस्लावा, बेसिकली ब्रेटिस्लावा, BRATISLAVA, ब्रेटिस्लावा। करंसी इत्थे यूरो चल रही है, करंसी यूरो चल रही है। पोलैंड, पोलैंड कैपिटल वॉर्सो, पोलैंड कैपिटल वॉर्सो, ये आप पहले डिस्कस कर चुके हैं। पोलैंड कैपिटल वॉर्सो, करंसी ज़लोटी चल रही है, करंसी ज़लोटी। नॉर्वे, नॉर्वे कैपिटल काफ़ी बार डिस्कस की अपने, नॉर्वे कैपिटल ओस्लो, करंसी करोन। नेक्स्ट है आत्मनिर्भर भारत अभियान बारे, आत्मनिर्भर भारत अभियान बारे कुछ फैक्ट्स आप डिस्कस कर चुके हैं, कुछ होर डिस्कस करते हैं। सब तो पहले फ्री फूड ग्रेन्स सप्लाई फॉर 2 मंथ, 2 मंथ के लिए माइग्रेंट्स नू फ्री फूड ग्रेन्स दिते जाएंगे। 1 नेशन 1 राशन कार्ड स्कीम लॉन्च की जाएगी। 1 नेशन 1 राशन कार्ड स्कीम अगर बेसिकली गल करिए तो यह 4 या 8 स्टेट के ऑलरेडी चल रही है। ठीक है। इसनू पूरी कंट्री के लॉन्च किया जाएगा। अफोर्डेबल रेंटल हाउसिंग कंपलैक्स फॉर पुअर, गरीब लोगों अफोर्डेबल घट रेट के रेंट के उत्ते कंपलैक्स दिते जाएंगे, रहने के लिए घर दिता जाएगा। स्ट्रीट वेंडर्स की गल करिए, उन्होंने 10,000 रुपये वर्किंग कैपिटल प्रोवाइड करवाई जाएगी, 10,000 रुपये वर्किंग कैपिटल प्रोवाइड करवाई जाएगी स्ट्रीट वेंडर्स को, यानी कि जोड़े सब्जी बेचते हैं, फ्रूट्स बेचते हैं, उन्होंने लिए। नैक्सट है फॉर फार्मर, फार्मर्स की गल करिए तो 30,000 करोड़ रुपया, 30,000 करोड़, जोड़ा 20 लाख करोड़ की आप गल की थी, 20 लाख करोड़ रुपीज़ की जी गल की थी। ठीक है। उस डिफरेंट चीज़ों डिफरेंट अमाउंट दी गई है। आप डिस्कस किया MSME बारे, MSME बारे आप डिस्कस कर चुके हैं। इंप्लॉइज़ के आप EPF डिस्कस किया कि EPF का रेट बढ़ाया गया है। ठीक है। इसमें 10% कर दिता गया, वो चीज़ा आप डिस्कस कर चुके हैं। ठीक है। हुण इत्थे आप डिस्कस कर रहे हैं फार्मर्स के बारे, तो फार्मर्स के बारे 30,000 करोड़ रुपया इशू किया गया, 30,000 करोड़ रुपया, जिसनों इशू कौन करेगा? नबार्ड और कोऑपरेटिव बैंक, कोऑपरेटिव बैंक्स इशू करनगे और नबार्ड इशू करेगा। नबार्ड की फुल फॉर्म दसनी है कमेंट बॉक्स के, नबार्ड की फुल फॉर्म दसनी है कमेंट बॉक्स के, और नबार्ड रिलेटेड जोड़े फैक्ट्स ने वह भी कमेंट बॉक्स के दसने ने अगर हो सके। ठीक है। नबार्ड और कोऑपरेटिव बैंक्स इशू करनगे 30,000 करोड़ रुपीज़, किसके लिए? फार्मर्स के लिए। अज के लिए बस इन्ना ही। आई होप सानू सैशन पसंद आया होगा। सैशन को लाइक और शेयर जरूर करते रहो अपने फ्रेंड्स के नाल, जिथे भी तुसी जुड़े हुए हो, फेसबुक, व्हाट्सएप, टैलीग्राम। सैशन को शेयर जरूर करते रहो। थोड़े तो बस एक ही रिक्वेस्ट है कि सैशन को शेयर करते रहो और लाइक करते रहो। थैंक यू फॉर वॉचिंग द सैशन। गुड बाय।